क्या हो कथे कथे कथ देखा मैं, अकथ न कथ ना जाई। जो तुद भावै सोई आखां, तिल तेरी वड्याई। एते कुकर हो बेगाना, भौंका इसन ताई। भगत ही नानक जी होएगा, खसमे नाम न जाय। भगत हीन नानक जी होएगा, खसमे नाम न जाय। धन श्री गुरु ग्रंथ साहिब महाराज, धन श्री गुरु ग्रंथ साहिब महाराज दी पवित्र हजूरी दे अंदर जुड़ बैठी साध संगत जीओ। वाहिगुरू जी का खालसा, वाहिगुरू जी की फतेह। साध संगत जीओ, गुरु घर दी मर्यादा है कीर्तन तो बाद कथा। ये मर्यादा श्री गुरु नानक देव महाराज ने लिखी है। गुरु नानक साहब कोलों पूछा गया कि वागुरु दे दर्शन किवें होवन ते वागुरु दी कृपा किवें होवे। गुरु नानक साहब महाराज ने नाल ही अगली तुक विच उत्तर दिता है, जे वागुरु दे दर्शन करना चाहते हो, वागुरु दी कृपा दे पात्र बनना चाहते हो, तो चार कम करो। किहड़े चार कम? पहला है अमृत वेला, दूजा है सच नाम, तीजा है वड्याई, चौथा है विचार। अमृत वेले उठा करो, पहली गल है। यतन करया करो, अमृत वेले उठो। अमृत वेले उठ के करना की है? सच नाम, सच्चे नाम का सिमरन करो, नाम का अभ्यास करो, नाम का चिंतन करो। जिन्ना हो सके 2 मिनट, 4 मिनट, 10 मिनट, आधा घंटा बैठ के नाम जपो। फिर तीसरा कम है वड्याई, अमृत वेला, सच नाम, वड्याई। फिर रब दी बैठ के वड्याई करो। असी किसी व्यक्ति दी वड्याई करनी होवे तो बोल के बाणी द्वारा वड्याई करते हाँ, फलाना बड़ा चंगा है, बड़ा नेक पाक है, दानी पुन्नी है। मनुखा दी वड्याई तो मनुखी बाणी द्वारा हो जाती है, पर सच्चे वागुरु दी वड्याई सच्ची बाणी द्वारा होवेगी। सच्ची बाणी केड़ी है? सतगुर बिना होर कच्ची है बाणी। बाणी तो कच्ची, सतगुर बाझों होर कच्ची बाणी। कहंदी कच्चे, सुनदी कच्चे, कच्ची आख वखाणी। वागुरु दी वड्याई करन लई सर्वोत्तम बाणी है गुरु की बाणी। गुरु की बाणी पढ़ना, गुरु दी बाणी का कीर्तन करना वागुरु दी वड्याई है। वड्याई करो। फिर वड्याई तो बाद चौथा काम है विचार। फिर बैठ के विचार करो। जिस बाणी ने पढ़िया है, जिसका कीर्तन सुनिया है, उस बाणी का बैठ के विचार करो, कथा करो कि बाणी सानू की समझाती है, की उपदेश देती है।
ਇਹ ਚਾਰ ਕੰਮ ਕਰੋਗੇ ਤਾਂ ਤੁਹਾਡੇ ਉੱਤੇ ਵਾਹਿਗੁਰੂ ਦੀ ਕਿਰਪਾ ਹੋਵੇਗੀ, ਬਖਸ਼ਿਸ਼ ਹੋਵੇਗੀ, ਕਰਮ ਹੋਵੇਗਾ। ਫਾਰਸੀ ਦਾ ਸ਼ਬਦ ਹੈ ਕਰਮ, ਕਿਰਪਾ, ਬਖਸ਼ਿਸ਼। ਚਾਰ ਕੰਮ ਕਰੋਗੇ, ਕਰਮੀ ਆਵੇ ਕੱਪੜਾ। ਕਿਰਪਾ ਹੋਵੇਗੀ। ਕਿਰਪਾ ਦੀ ਨਿਸ਼ਾਨੀ ਕੀ ਹੈ? ਤੁਹਾਡੇ ਕੋਲ ਆ ਜਾਏਗਾ ਕੱਪੜਾ। ਕੱਪੜਾ ਕੀ ਹੈ? ਬਾਣੀ ਵਿੱਚ ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੋ ਪਦ ਮੇਰੀ। ਪ੍ਰੇਮ ਰੂਪੀ ਕੱਪੜਾ ਆ ਜਾਏਗਾ। ਤੁਹਾਡੇ ਅੰਦਰ ਪ੍ਰੇਮ ਜਾਗ ਪਏਗਾ। ਅੰਮ੍ਰਿਤ ਵੇਲੇ ਉੱਠਣ ਦਾ ਪ੍ਰੇਮ, ਨਾਮ ਦੇ ਸਿਮਰਨ ਦਾ ਪ੍ਰੇਮ, ਬਾਣੀ ਪੜ੍ਹਨ ਦਾ ਪ੍ਰੇਮ, ਕਥਾ ਸੁਣਨ ਦਾ ਪ੍ਰੇਮ। ਜਿੱਥੇ ਪ੍ਰੇਮ ਹੈ ਉੱਥੇ ਫਿਰ ਸਭ ਕੁਛ ਹੈ। ਜੇ ਪ੍ਰੇਮ ਕੀਓ ਤਿਨ ਹੀ ਪ੍ਰਾਪਤ। ਕਰਮੀ ਆਵੇ ਕੱਪੜਾ। ਕਰਮ ਹੋਵੇਗਾ, ਕਿਰਪਾ ਹੋਵੇਗੀ, ਕੱਪੜਾ ਅੰਦਰ ਜਾਗ ਪਏਗਾ, ਆ ਜਾਏਗਾ, ਪ੍ਰੇਮ ਜਾਗ ਪਏਗਾ। ਫਿਰ ਹੋਵੇਗੀ ਨਦਰ। ਜਿੱਥੇ ਵਾਹਿਗੁਰੂ ਪ੍ਰੇਮ ਦੇਖਦਾ ਹੈ ਉੱਥੇ ਬਖਸ਼ਿਸ਼ ਕਰਦਾ ਹੈ, ਨਦਰ ਕਰਦਾ ਹੈ। ਨਦਰ ਹੋਵੇਗੀ। ਕਰਮੀ ਆਵੇ ਕੱਪੜਾ ਨਦਰੀ। ਨਦਰ ਹੋਵੇਗੀ ਫਿਰ ਕੀ ਮਿਲੇਗਾ? ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ, ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਕਿਹੜਾ ਗਿਆਨ? ਨਾਨਕ ਐਵੇਂ ਜਾਣੀਏ ਸਭ ਆਪੇ ਸੱਚਿਆ। ਇਸ ਤਰ੍ਹਾਂ ਜਾਣ ਲਏਗਾ ਕਿ ਉਹ ਵਾਹਿਗੁਰੂ ਜਿਸ ਦੇ ਦਰਸ਼ਨਾਂ ਦੀ ਇੱਛਾ ਸੀ, ਜਿਸ ਦੀ ਕਿਰਪਾ ਚਾਹੁੰਦਾ ਸੀ, ਉਸ ਵਾਹਿਗੁਰੂ ਨੂੰ ਵੇਖ ਲਏਗਾ ਹਾਜ਼ਰ ਨਾਜ਼ਰ ਹੈ। ਮੇਰੇ ਅੰਦਰ ਵੀ ਹੈ, ਅੰਤਰ ਬਸੇ ਬਾਹਰ ਵੀ ਉਹੀ। ਨਾਨਕ ਦਰਸ਼ਨ ਦੇਖ ਸਾ ਮੋਈ। ਜੈਂਦਰ ਦੇਖਾਂ ਤੈਂਦਰ ਮੌਜੂਦ। ਜੋ ਤੀਸੈ ਸੋ ਤੇਰਾ ਰੂਪ। ਸਾਮੈ ਜੋਤ ਜੋ ਤੈ ਸੋਏ। ਤਿਸ ਦੇ ਚਾਨਣ ਸਾਮੈ ਚਾਨਣ ਹੋਏ। ਗਿਆਨ ਹੋ ਜਾਵੇਗਾ। ਸਾਰੇ ਹੀ ਵਾਹਿਗੁਰੂ ਦਿਸੇਗਾ। ਜੇ ਵੇਖਿਆ ਸੀ ਭਾਈ ਕਨਈਏ ਨੇ, ਕਹਿੰਦੇ ਮਹਾਰਾਜ ਮੈਂ ਤਾਂ ਹਰ ਪਾਸੇ ਤੈਨੂੰ ਦੇਖਦਾ ਹਾਂ, ਤੈਨੂੰ ਹੀ ਪਾਣੀ ਪਿਲਾਉਂਦਾ ਹਾਂ, ਤੈਨੂੰ ਪਿਆ ਪਿਲਾਵਾਂ ਪਾਣੀ। ਸਿਰ ਮੇਰੇ ਦੇ ਸਾਈਂ ਤੁਰ ਕੇ ਅਤੁਰ ਕ ਨਾ ਦਿਸਦਾ ਮੈਨੂੰ, ਤੂੰ ਸਾਰੇ ਦਿਸਾਈ। ਤੂੰ ਹੀ ਤੈਨੂੰ ਦਿਸਦਾ ਹੈ। ਗਿਆਨ ਹੋ ਗਿਆ। ਤੂੰ ਕਹਿਣੇ ਦਾ ਭਾਵ ਕੀਰਤਨ ਤੋਂ ਬਾਅਦ ਕਥਾ। ਇਹ ਗੁਰਮਤਿ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮਰਜ਼ਾਦਾ ਲਿਖੀ ਹੈ। ਕੀਰਤਨ ਤੋਂ ਬਾਅਦ ਕਥਾ ਕਰਿਆ ਕਰੋ, ਵਿਚਾਰ ਕਰਿਆ ਕਰੋ। ਤੋ ਸਾਧ ਸੰਗਤ ਜੀਓ, ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਾਧ ਸੰਗਤ ਜੀਓ, ਗੁਰੂ ਦੀ ਬਾਣੀ ਦੀ ਵਿਚਾਰ ਬਾਰੇ ਕਿਹਾ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਬਾਣੀ ਦੀ ਵਿਚਾਰ ਕੋਈ ਵਿਰਲਾ ਕਰੇਗਾ। ਕੌਣ ਕਰੇਗਾ? ਜੋ ਗੁਰਮੁਖ ਬਣ ਜਾਵੇਗਾ। ਗੁਰਮੁਖ ਕੌਣ ਹੁੰਦਾ ਹੈ? ਜੋ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਗੁਰੂ ਦੀ ਰਜ਼ਾ ਵਿੱਚ ਚੱਲਦਾ ਹੈ, ਜੋ ਬਾਣਾ ਮਿੱਠਾ ਕਰਕੇ ਮੰਨਦਾ ਹੈ, ਉਹ ਗੁਰਮੁਖ ਹੈ। ਮਨਮੁਖ ਵਿੱਚ ਗੁਰਮੁਖ ਵਿੱਚ ਫਰਕ ਦੱਸਿਆ ਹੈ। ਮਨਮੁਖ ਕਹਿੰਦਾ ਹੈ ਜੋ ਮੈਂ ਕਹਿੰਦਾ ਹਾਂ ਰੱਬ ਉਂਝ ਕਰੇ, ਅਤੇ ਗੁਰਮੁਖ ਕਹਿੰਦਾ ਨਹੀਂ, ਜੋ ਵਾਹਿਗੁਰੂ ਕਰਦਾ ਠੀਕ ਹੈ, ਜੋ ਉਸਨੇ ਕੀਤਾ ਠੀਕ ਹੈ, ਜੋ ਕਰੇਗਾ ਠੀਕ ਹੈ। ਅਤੇ ਮਨਮੁਖ ਕਹਿੰਦਾ ਨਹੀਂ, ਜੋ ਮੈਂ ਕਹਿੰਦਾ ਹਾਂ ਰੱਬ ਉਂਝ ਕਰੇ। ਤੋ ਜਿਹੜਾ ਗੁਰਮੁਖ ਬਣ ਜਾਂਦਾ ਹੈ, ਰਜ਼ਾ ਵਿੱਚ ਚੱਲਦਾ ਹੈ, ਬਾਣੇ ਵਿੱਚ ਚੱਲਦਾ ਹੈ, ਉਹ ਹੀ ਬਾਣੀ ਦੀ ਵਿਚਾਰ ਕਰ ਸਕਦਾ ਹੈ। ਬਾਣੀ ਦੀ ਵਿਚਾਰ ਕਰਨੀ ਬੜੀ ਕਠਿਨ ਹੈ। ਬਾਣੀ ਬਿਰਲਾ ਵਿਚਾਰ ਸੀ, ਕੋਈ ਬਿਰਲਾ ਵਿਚਾਰ ਕਰਦਾ ਹੈ, ਹਰ ਬੰਦਾ ਨਹੀਂ ਕਰ ਸਕਦਾ।
ਗੁਰਬਾਣੀ ਦਾ ਅਸੀਂ ਕੀਰਤਨ ਕਰਦੇ ਰਹਿੰਦੇ ਹਾਂ, ਸੁਣਦੇ ਰਹਿੰਦੇ ਹਾਂ, ਪੜ੍ਹਦੇ ਰਹਿੰਦੇ ਹਾਂ, ਪਰ ਵਿਚਾਰ ਬਹੁਤ ਘੱਟ ਕਰਦੇ ਹਾਂ। ਕਿਤੇ ਕਿਤੇ ਹੁੰਦੀ ਹੈ। ਆਸਾ ਦੀ ਵਾਰ ਦਾ ਕੀਰਤਨ ਹਰ ਗੁਰਦੁਆਰੇ 'ਚ ਰੋਜ਼ ਹੁੰਦਾ ਹੈ। ਆਸਾ ਦੀ ਵਾਰ ਦਾ ਵਿਚਾਰ ਕਰਨ ਦੇ ਲਈ ਅਰਦਾਸ ਕੀਤੀ ਹੈ, ਜਿੰਨੀ ਹੋ ਸਕੇਗੀ, ਜਿਹਨੇ ਦਿਨ ਰਹਿਣਾ ਹੈ। ਆਸਾ ਦੀ ਵਾਰ ਦਾ ਕੀਰਤਨ ਗੁਰੂ ਘਰ ਵਿੱਚ ਮਰਿਆਦਾ ਹੈ। ਹਾਲ ਦੱਸਦੇ ਹਨ ਕਿ ਆਸਾ ਦੀ ਵਾਰ ਦਾ ਕੀਰਤਨ ਸਭ ਤੋਂ ਪਹਿਲੇ ਗੁਰੂ ਨਾਨਕ ਨੇ ਸ਼ੁਰੂ ਕੀਤਾ ਸੀ। ਕਿੱਥੇ ਕੀਤਾ ਸੀ? ਜੰਗਲਾਂ ਦੇ ਅੰਦਰ। ਸ਼ੇਖ ਫਰੀਦ ਨੂੰ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਦਾ ਕੀਰਤਨ ਸੁਣਾਇਆ। ਸ਼ੇਖ ਫਰੀਦ ਨੇ ਜੰਗਲ 'ਚ ਕਿਹਾ, ਬਾਬਾ ਮੈਂ ਸੁਣਿਆ ਹੈ ਤੂੰ ਖੁਦਾਏ ਦੀ ਵਾਰ ਬਣਾਈ ਹੈ। ਵਾਰ ਤਾਂ ਹੁੰਦੀ ਹੈ ਰਾਜਿਆਂ ਮਹਾਰਾਜੇ ਦੀਆਂ ਲੜਾਈਆਂ, ਰਾਜਿਆਂ ਦੀਆਂ ਰਾਣੀਆਂ ਦੀਆਂ ਲੜਾਈਆਂ, ਸੂਰਮਿਆਂ ਦੀਆਂ ਲੜਾਈਆਂ ਵਿੱਚ ਵਾਰਾਂ ਹੁੰਦੀਆਂ ਨੇ, ਅਤੇ ਤੂੰ ਰੱਬ ਦੀ ਵਾਰ ਕਿਵੇਂ ਬਣਾਈ ਹੈ? ਮੈਨੂੰ ਸੁਣਾ ਤਾਂ ਸਹੀ। ਵਾਰ ਇੱਕ ਛੰਦ ਦਾ ਨਾਂ ਹੈ, ਜਿਵੇਂ ਸਬਈਆ ਹੈ, ਚੌਪਈ ਹੈ, ਦੋਹਰਾ ਹੈ, ਕਵਿਤ ਹੈ। ਇਸ ਤਰ੍ਹਾਂ ਵਾਰ ਇੱਕ ਛੰਦ ਹੈ। ਪਹਿਲੇ ਵਾਰਾਂ ਹੁੰਦੀਆਂ ਸਨ ਰਾਜਿਆਂ ਰਾਣੀਆਂ ਦੀਆਂ ਲੜਾਈਆਂ, ਅਤੇ ਢਾਡੀ ਲੋਕ, ਭੱਟ ਲੋਕ ਵਾਰਾਂ ਗਾਉਂਦੇ ਰਾਜਿਆਂ ਮਾਰੇ ਦਰਬਾਰ ਦੇ ਅੰਦਰ। ਵਾਰਾਂ ਨੂੰ ਸੁਣ ਕਰਕੇ ਅਤੇ ਜੋਸ਼ ਪੈਦਾ ਹੁੰਦਾ ਸੀ। ਜ਼ਿਕਰ ਆਉਂਦਾ ਹੈ ਇੱਕ ਵਾਰੀ ਚਿਤੌੜਗੜ੍ਹ ਕਿਲ੍ਹੇ ਦੇ ਅੰਦਰ ਰਾਜਪੂਤ ਰਾਜਿਆਂ ਦੀ ਮੀਟਿੰਗ ਹੋ ਰਹੀ ਸੀ, ਅਤੇ ਮੀਟਿੰਗ ਦੇ ਅੰਦਰ ਗੱਲ ਚੱਲ ਪਈ। ਵੇਖਿਆ ਇੱਕ ਚਿਤੌੜਗੜ੍ਹ ਦੀ ਕਿਲ੍ਹੇ ਦੀ ਦੀਵਾਰ ਵਿੱਚ ਲੋਹੇ ਦਾ ਥੰਬਾ ਗੱਡਿਆ ਹੋਇਆ ਸੀ, ਉੱਪਰ ਥੋੜ੍ਹਾ ਜਿਹਾ ਬਾਹਰ ਨਿਕਲਿਆ ਹੋਇਆ ਸੀ। ਅਤੇ ਕਿਸੇ ਰਾਜੇ ਨੇ ਕਿਹਾ, ਐਸਾ ਕੋਈ ਬਹਾਦਰ ਹੈ, ਐਸਾ ਕੋਈ ਸੂਰਮਾ ਹੈ ਜਿਹੜਾ ਇਹ ਥੰਬੇ ਨੂੰ ਕੱਢ ਦੇਵੇ, ਉਹ ਖਿੱਚ ਲਵੇ। ਤਾਂ ਸਾਰੇ ਚੁੱਪ ਹੋ ਗਏ। ਤਾਂ ਰਾਣਾ ਪ੍ਰਤਾਪ ਕਹਿੰਦਾ ਹੈ, ਇਸ ਥੰਬੇ ਨੂੰ ਮੈਂ ਕੱਢ ਸਕਦਾ ਕਿਲ੍ਹੇ ਦੀ ਮੁੱਢ ਦੇ ਵਿੱਚੋਂ, ਪਰ ਇਹ ਸ਼ਰਤ ਇਹ ਹੈ ਕਿ ਮੇਰੇ ਸਾਹਮਣੇ ਢਾਡੀ ਲੋਕ ਆ ਕਰਕੇ ਮੇਰੇ ਵੱਡਿਆਂ ਬਜ਼ੁਰਗਾਂ ਦੀਆਂ ਵਾਰਾਂ ਪੜ੍ਹਨ, ਸੁਣਾਵਣ, ਅਤੇ ਫਿਰ ਮੈਂ ਕੱਢਾਂਗਾ। ਤਾਂ ਢਾਡੀ ਨੂੰ ਬੁਲਾਇਆ ਗਿਆ। ਉਹਨਾਂ ਨੇ ਵੱਡਿਆਂ ਦੀਆਂ ਵਾਰਾਂ ਸ਼ੁਰੂ ਕੀਤੀਆਂ ਕਿ ਮਹਾਰਾਣਾ ਪ੍ਰਤਾਪ ਦੇ ਰਾਜੇ ਨੇ ਪਿਓ ਨੇ ਇਹ ਕੰਮ ਕੀਤਾ, ਦਾਦੇ ਇਹ ਕੰਮ ਕੀਤਾ, ਫਲਾਣੇ ਦਾਦੇ ਇਹ ਕੰਮ ਕੀਤਾ। ਜੋ ਵਾਰਾਂ ਸੁਣੀਆਂ ਨਾ ਵੱਡਿਆਂ ਦੀ ਬਹਾਦਰੀਆਂ ਦੀ, ਆਇਆ ਜੋਸ਼, ਛਾਲ ਮਾਰ ਗਿਆ ਉੱਤੇ, ਥੰਬੇ ਨੇ ਫੜ ਖਿੱਚਿਆ ਅਤੇ ਮੁੜ ਕੇ ਬਾਹਰ ਮਾਰਿਆ। ਇਹ ਵਾਰਾਂ ਹੁੰਦੀਆਂ ਸਨ, ਜੋਸ਼ ਆਉਂਦਾ ਸੀ, ਜੋਸ਼ ਪੈਦਾ ਹੁੰਦਾ ਸੀ। ਆਤਮਕ ਰੂਹਾਨੀ ਵਾਰ ਸਭ ਤੋਂ ਪਹਿਲੇ ਗੁਰੂ ਨਾਨਕ ਨੇ ਬਣਾਈ। ਪਹਿਲੀ ਵਾਰ ਹੈ ਰੂਹਾਨੀਅਤ ਦੀ ਵਾਰ, ਧਾਰਮਿਕ ਵਾਰ। ਪਹਿਲੇ ਵਾਰਾਂ ਸਭ ਰਾਜੇ ਰਾਣੀ ਦੀਆਂ ਹੁੰਦੀਆਂ ਸਨ। ਸ਼ੇਖ ਫਰੀਦ ਕਹਿੰਦਾ ਹੈ, ਬਾਬਾ ਤੂੰ ਖੁਦਾ ਦੀ ਵਾਰ ਕਿਵੇਂ ਬਣਾਈ ਹੈ? ਖੁਦਾ ਤਾਂ ਇਕੱਲਾ ਹੈ। ਅਤੇ ਵਾਰ ਵਿੱਚ ਜ਼ਿਕਰ ਹੁੰਦਾ ਹੈ ਰਾਜਿਆਂ ਦਾ, ਰਾਣੀਆਂ ਦਾ, ਲੜਾਈਆਂ ਦਾ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਸ਼ੇਖ ਫਰੀਦ ਇਹ ਠੀਕ ਹੈ, ਰੱਬ ਇਕੱਲਾ ਹੈ। ਕੱਲ ਰੱਬ ਕੋਲ ਪਹੁੰਚਣ ਵਾਸਤੇ ਰਾਹ 'ਚ ਕਈ ਸੂਰਮੇ ਨੇ, ਕਈਆਂ ਨਾਲ ਲੜਾਈਆਂ ਲੜਨੀਆਂ ਪੈਂਦੀਆਂ ਨੇ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਈਰਖਾ ਹੈ। ਇਹਨਾਂ ਲੜਨਾ ਪੈਂਦਾ, ਇਹਨੂੰ ਜਿੱਤਣਾ ਪੈਂਦਾ, ਤਾਂ ਪਹੁੰਚੀਦਾ ਹੈ। ਕਦੇ ਠੀਕ ਹੈ, ਗੱਲ ਤਾਰੀ ਵਾਰ ਸੁਣਾਈ।
ਵਾਰ ਦਾ ਪਹਿਲਾ ਸਰੂਪ ਉਹ ਸਿਰਫ ਪੌੜੀਆਂ ਹੀ ਸਨ, 24 ਪੌੜੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 22 ਵਾਰਾਂ ਹਨ। ਇਹਨਾਂ 12 ਬਾਰੇ ਜ਼ਿਕਰ ਕੀਤਾ ਹੈ ਗੁਰੂ ਅਰਜਨ ਸਾਹਿਬ ਨੇ। ਇਹ ਸਾਰੀਆਂ ਵਾਰਾਂ ਪਹਿਲਾਂ ਸਿਰਫ ਪੌੜੀਆਂ ਹੀ ਸਨ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ 1602 ਤੋਂ ਸ਼ੁਰੂ ਕੀਤੀ, 4 'ਚ ਪੂਰਨ ਹੋਈ, ਉਸ ਵੇਲੇ ਗੁਰੂ ਅਰਜਨ ਸਾਹਿਬ ਨੇ ਪੌੜੀ ਦੇ ਨਾਲ ਸ਼ਲੋਕ ਐਡ ਕੀਤੇ। ਆਸਾ ਦੀ ਵਾਰ ਦੇ ਮੁੱਢ ਵਿੱਚ ਗੁਰੂ ਅਰਜਨ ਸਾਹਿਬ ਨੇ 2-3 ਸੂਚਨਾਵਾਂ ਦਿੱਤੀਆਂ ਹਨ। ਪਹਿਲੀ ਸੂਚਨਾ ਹੈ ਵਾਰ ਸ਼ਲੋਕਾਂ ਨਾਲ। ਇਹ ਮਤਲਬ ਹੈ ਵਾਰ ਵੱਖਰੀ ਹੈ, ਸ਼ਲੋਕ ਵੱਖਰੇ ਹਨ। ਵਾਰ ਸ਼ਲੋਕਾਂ ਨਾਲ। ਫਿਰ ਦੂਜੀ ਸੂਚਨਾ ਹੈ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਕਿਉਂਕਿ ਪੌੜੀਆਂ ਮਹੱਲੇ ਪਹਿਲੇ ਦੀਆਂ ਹਨ, ਇਸ ਲਈ ਮੈਂ ਨਾਜ਼ਰੀਆਂ ਨਾਲ ਸ਼ਲੋਕ ਲਿਖ ਰਿਹਾ ਹਾਂ, ਉਹ ਵੀ ਚੁਣ ਚੁਣ ਕੇ ਮਹੱਲੇ ਪਹਿਲੇ ਦੇ ਲਿਖ ਰਿਹਾ ਹਾਂ। ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਅਤੇ ਤੀਜੀ ਸੂਚਨਾ ਹੈ ਟੁੰਡੇ ਅਸ ਰਾਜੇ ਕੀ ਵਾਰ ਕੀ ਧੁਨ ਉੱਪਰ ਗਾਵਣੀ। ਹੁਣ ਰਾਜਾ ਹੋਇਆ, ਅਸ ਰਾਜਾ ਹੋਇਆ, ਲੜਾਈ ਹੋਈ, ਉਹਨਾਂ ਦੀ ਵਾਰ ਬਣੀ, ਉਸ ਵਾਰ ਉੱਤੇ ਨੂੰ ਗਾਉਣ ਦੇ ਲਈ ਪ੍ਰੇਰਨਾ ਹੈ। ਸਾਰੀਆਂ ਵਾਰਾਂ ਪਹਿਲੇ ਪੌੜੀਆਂ ਹੀ ਸਨ। ਵੀ ਸ਼ਲੋਕ ਐਡ ਕੀਤੇ ਗੁਰੂ ਅਰਜਨ ਸਾਹਿਬ ਨੇ। ਜਿਹੜੇ ਸ਼ਲੋਕ ਬਚ ਗਏ ਉਹ ਲਿਖੇ ਅਖੀਰ 'ਤੇ। ਅਖੀਰਲੀ ਬਾਣੀ ਦਾ ਹੈਡਿੰਗ ਹੈ ਸ਼ਲੋਕ ਵਾਰਾਂ ਤੋਂ ਵਧੇਕ। ਜਿਹੜੇ ਸ਼ਲੋਕ ਵਾਰ ਬਚ ਗਏ ਉਹ ਇੱਥੇ ਲਿਖ ਰਿਹਾ ਮੈਂ। ਤਾਂ ਸਾਰੀਆਂ ਵਾਰਾਂ ਪਹਿਲੇ ਪੌੜੀਆਂ ਹੀ ਸਨ, ਸ਼ਲੋਕ ਐਡ ਕੀਤੇ ਨੇ ਗੁਰੂ ਅਰਜਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਆਸਾ ਦੀ ਵਾਰ ਲਿਖੀ ਹੈ ਉਹਦੇ ਸਿਰਫ ਸ਼ਲੋਕ ਹਨ ਅਤੇ ਪੌੜੀਆਂ ਹਨ, ਛੰਦ ਨਹੀਂ ਹਨ। ਛੰਦ ਵੱਖਰੇ ਨੇ, ਛੰਦ ਮੱਲੇ ਚੌਥੇ ਦੇ ਨੇ, ਆਸਾ ਰਾਗ ਦੇ ਹਨ, ਅੱਡ ਹਨ। ਪਰ ਜਿਹੜੇ ਹੁਣ ਕੀਰਤਨ ਕਰਦੇ ਨੇ, ਉੱਡ ਕੇ ਛਪੇ ਨੇ, ਤਾਂ ਉਹਨਾਂ 'ਚ ਪਹਿਲੇ ਛੰਦ ਹੈ, ਫਿਰ ਸ਼ਲੋਕ ਹਨ, ਫਿਰ ਪੌੜੀ ਹੈ, ਬਾਅਦ ਕੀਰਤਨ ਹੁੰਦਾ ਹੈ। ਪਰ ਜੋ ਵਾਰ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਿੱਚ ਛੱਕੇ ਨਹੀਂ ਹਨ, ਛੰਦ ਨਹੀਂ ਹਨ, ਸਿਰਫ ਸ਼ਲੋਕ ਅਤੇ ਪੌੜੀਆਂ ਹਨ। ਪਹਿਲਾ ਰੂਪ ਜਿਹੜਾ ਹੈ ਆਸਾ ਦੀ ਵਾਰ ਦਾ, ਪੁਰਾਣੀਆਂ ਪੋਥੀਆਂ ਜਿਹੜੀਆਂ ਹਨ, ਸੈਂਚੀਆਂ ਜਿਹੜੀਆਂ ਪੋਥੀਆਂ ਗੁਰੂ ਅਮਰਦਾਸ ਕੋਲ ਮਿਲ ਲੈ ਕੇ ਆਏ ਸਨ ਗੁਰੂ ਅਰਜਨ ਸਾਹਿਬ, ਉਹਨਾਂ ਸੈਂਚੀਆਂ ਦੇ ਵਿੱਚ 12 ਜਿਹੜੀਆਂ ਹਨ ਇਕੱਲੀਆਂ ਪੌੜੀਆਂ ਹੀ ਹਨ। ਆਸਾ ਦੀ ਵਾਰ ਦੀਆਂ ਸਿਰਫ ਪੌੜੀਆਂ ਹੀ ਹਨ, ਸ਼ਲੋਕ ਨਹੀਂ ਹਨ ਨਾਲ। ਸ਼ਲੋਕ ਐਡ ਕੀਤੇ ਗੁਰੂ ਅਰਜਨ ਸਾਹਿਬ ਜੀ ਨੇ। ਔਰ ਜਿਹੜੀ ਪੌੜੀਆਂ ਹਨ, ਇਹਨਾਂ ਪੌੜੀਆਂ ਦੀ ਵਿਚਾਰ ਕਰੀਏ ਅਤੇ ਪੌੜੀਆਂ ਇਸ ਤਰ੍ਹਾਂ ਜੁੜੀ ਆਪਸ ਵਿੱਚ ਜਿਵੇਂ ਸੰਗਲ ਦੀ ਸਹੀ ਨਾਲ ਕੁੱਡੀ ਜੁੜੀ ਹੁੰਦੀ ਹੈ। ਜਿਹੜੇ ਸ਼ਲੋਕ ਨੇ ਪੌੜੀ ਦੇ ਨਾਲ, ਪੌੜੀ ਦੇ ਭਾਵ ਨੂੰ ਖੋਲ੍ਹਣ ਲਈ ਪ੍ਰਮਾਣ ਵਜੋਂ ਹਨ। ਜਿਵੇਂ ਹਰ ਸ਼ਬਦ ਦੀ ਵਿੱਚ ਇੱਕ ਰਾਵ ਦੀ ਤੁਕ ਹੁੰਦੀ ਹੈ। ਜੇ ਰਾਵ ਦੀ ਤੁਕ ਹੈ, ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਅਤੇ ਉਹਦੇ ਆਲੇ ਦੁਆਲੇ ਸਾਰਾ ਸ਼ਬਦ ਘੁੰਮਦਾ ਹੈ। ਇਸ ਤਰ੍ਹਾਂ ਪੌੜੀ ਦੇ ਆਲੇ ਦੁਆਲੇ ਸਾਰੇ ਸ਼ਲੋਕ ਘੁੰਮਦੇ ਨੇ ਪੌੜੀ ਦੇ ਭਾਵ ਨੂੰ ਖੋਲ੍ਹਣ ਵਾਸਤੇ। ਸ਼ਲੋਕ ਜਿਹੜੇ ਨੇ ਉਹ ਪੌੜੀ ਦੇ ਭਾਵ ਨੂੰ ਖੋਲ੍ਹਦੇ ਹਨ ਅਤੇ ਪੌੜੀ ਕੇਂਦਰੀ ਵਿਸ਼ਾ ਹੈ। ਇਸ ਤਰ੍ਹਾਂ ਪੌੜੀ ਜੁੜੀ ਨੇ ਆਪਸ ਵਿੱਚ ਜਿਵੇਂ ਸੰਗਲ ਦੀ ਸਗਲ ਦੀ ਕੁੰਡੀ ਨਾਲ ਕੁੰਡੀ ਜੁੜੀ ਹੋਈ ਹੁੰਦੀ ਹੈ। ਪਹਿਲੀ ਪੌੜੀ ਹੈ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਕਿ ਸਭ ਤੋਂ ਪਹਿਲੇ ਜਿਸ ਵੇਲੇ ਕੁਛ ਵੀ ਨਹੀਂ ਸਜੀ, ਐਸਾ ਸਮਾਂ ਲਿਖਿਆ ਹੈ ਗੁਰਬਾਣੀ ਅੰਦਰ
कि अरबद नरबद धुंधुकारा, अरबां खरबां साल अनेरे अनेरा सी, कुछ भी नहीं सी। तो चंद न सूरज ना ते लोई, न कोई चंद सी, न सूरज सी, न तो लोकी सी, कुछ भी नहीं सी। कोई खंड नहीं सी, कोई ब्रह्मांड नहीं सी, न सूरज सी, न चंद सी, न कोई समुंदर सी, कुछ भी नहीं सी। केवल हरे ढेरा सी। अरबां खरबां साल ढेरा ढेरा रहा। एक सिर्फ मन्या शायद हरकत सी, हरकत हरकत असंख्य साल कम करती रही। वो हरकत ने शक्ल अख्तियार की एक हवा दी। वो हवा बढ़ती गई बन गई कि वाह बरोला जिहा। फिर कई वाह बरोले उठते गए, कट्ठे होंदे गए, तो धरती बन गई। बरोला वाह बरोला बनया, वो फटिया, उत्ते गया, पानी बन गया, बसिया। नीवें थां समुंदर बन गए, उच्ची थां पहाड़ बन गए। ये है दुनिया की कहानी, साइंस की जबानी। पानी विचों रबड़ पैदा होया, डड्डू बनया, डड्डू तो मच्छी बनी, फिर बंदर बनया, इस तरह फिर मनुख बनया। पर गुरु महाराज कहते हैं कि कीता पसाओ एको कवा। जे मुसलमान लिखे, रब ने आख्या कुन, धरती बन गई, जी बन गए। तो गुरु महाराज कहते हैं कि कीता पसाओ एको कवा। एक वचन के नाल ही, हुक्म के नाल ही सारी सृष्टि पैदा कर दी। किवें कीती, कदों कीती, क्यों कीती, यदि कोई जवाब है कि जहाँ करता सिट्ठी को साजे आपे जाने सोई। वही जानता है, कोई नहीं जान सकता। सब में अंदाजे ने, वो जान। जिसने सृष्टि पैदा की है, कदों की है, किवें की है, क्यों की है, उसे ने पता है। जो पैदा करने वाला है, ना उसने कोई सी, ना कोई देखता सी, ना किसी ने पता है, ना कोई जान सकता है। पिता का जन्म के जाने पूत। पिता का पैदा किया पुत्र, वो किवें कह सकता कि जब मेरा प्यो जम्मा सी मैं वेखदा सा। पैदा किया हुआ है वो क्यों जान सकता है, जान ही नहीं सकता। जिसने सृष्टि पैदा की वो जानता है। गुरु नानक कहते सब तो पहले वागुरु ने आपी ने आप साजो। सब तो पहले वागुरु ने अपने आप आप पैदा किया। किवें किया वो जानता है, कोई नहीं जान सकता। आप ही ने आप साजो। सब तो पहले वाहिगुरु ने अपने आप साजा, बनाया। आप ही ने आप साजियो, आप ही ने रचियो नव। ते रब ने अपना नाम ही आप रचिया। अपने आप को भी पैदा किया, ते नाम भी रचिया। नाम की रचना है सारी। नाम के धारे सगले जन, नाम के धारे खंड ब्रह्मंड, नाम के धारे आकाश पताल, नाम के धारे सगले आकार, नाम के धारे पुरियासा भवन, नाम के समुद्रे संसर्ग। नाम तो सृष्टि पैदा हुई। अपना नाम भी रब ने आप रखिया। आपने पैदा किया, अपना नाम ही आप पैदा किया। आप ही ने आप साजियो, आप ही ने रचियो नाओ। अपना नाम ही आप रचिया। दो ही कुदरत साजिए। वागुरु ते वागुरु का नाम एक कन। दूसरी कुदरत है, रचना है, सृष्टि है, खंड ब्रह्मांड हैं, आकाश पताल हैं, असंख्य ही खंड हैं, असंख्य ही पताल हैं, असंख्य ही आकाश हैं, असंख्य ही धरतियाँ हैं,
कोई अंत ही नहीं है। अखंड ही ब्रह्मांड ਹਨ, अंत नहीं है। आ एक ब्रह्मांड साडा है, संदेश ਦਾ एक चंद है, सूरज है, तारे ਹਨ, एक मंडल एक ब्रह्मांड ਵਿੱਚ ਹਨ। ਇਹੋ ਜਿਹੇ ਕਰੋੜਾਂ ਅਸੰਖਾਂ ब्रह्मांड ਹਨ, तो पता ही नहीं है, अंत ही नहीं है। असंख हैं सिर बाहर होए, असंख आखना भी सिर ते बाहर होता है, पाप है। असंख भी एक हद है, गिनती की हद है, पर इस तो परे उसकी कोई हद है ही नहीं, उसकी कोई हद ही नहीं है। असंख आखना भी पाप है। सृष्टि पैदा की थी, दोई कुदरत साजिए, अपना आप नूं ते ना अपना आप रचिया, दोई कुदरत साजिए। उसने दूसरी कुदरत पैदा की थी, सृष्टि पैदा की थी। दोई कुदरत साजिए कर आसन डिठो चाओ। फिर आश्चर्य बात यह है कि जितनी रब ने सृष्टि पैदा की है, अपनी पैदा की सृष्टि आप आसन ला के बैठा हुआ है, सब कुछ देख रहा है, चला रहा है, चाह नाल चला रहा है। फिर आसन डिठो चाओ, आसन लगा के बैठा है, देख रहा है, चला रहा है, पासे नहीं हो गया। जिमें कारीगर बिल्डिंग बना के पास हो जाते हैं, कैम बनाई फलान बनाई, नहीं। जिसने सृष्टि पैदा की है, अपनी पैदा की सृष्टि आप बैठा होया है, तो चाह नाल वेख रहा है, चला रहे सारी सृष्टि नूं, चला भी रहे। क्यों चला रहे है? हुक्म ही अंदर सबको, बाहर हुक्म न कोई। हुक्म ही अमन जी, हुक्म ले वडियाई, हुक्म ही उत्तम नीच, हुक्म लिख दुख सुख पाई। हुक्म चला रहा है, आसन लगा के बैठा हुआ है। आसन डिठो चाओ, दाता करता आप तो तुस देवे करे पसाओ। आप ही दाता है, आप ही करता है, आप ही तुस करके त्रुट करके दाता बख्शदा है। तुस देवे करे पसाओ, तू जानो सबसे दे ले सैं जिंद कवाओ। तो सब कुछ जानता है कि जीव की कर्म कर रहे ने, की कर रहे हैं, तो आप ही करवा रहे हैं। तो आप ही फिर वक्त आता है लैसें जिंद कवाओ, फिर कवाओ करके रिपीट करके जान कर लेंदा है। आप ही तू आसन ला के बैठा हुआ है, आप पैदा की सृष्टि। दोई कुदरत साजी कर आसन डिठो चाओ, दाता करता आप तो तुस देवे करे पसाओ। तुस करके पसारे दे दें, बिल्डिंगा दे दें, गड्डियाँ दे दें, मकाना दे दें, कारखाने दे दें, तुस देवे, तुस के दें, त्रुट के दे दें। तुस देवे करे पसाओ, तू जाना है सबसे, सब कुछ जानना है, सब कुछ पता है कि कुछ देता है। तू जानो है सब दे लैसे जिंद कवाओ, वक्त आवेगा कवाओ नपीड़ करके जिंद कर लवेगा, जान कर लवेगा। फिर आसन डिठो चाओ, आसन लगा के भी बैठा हुआ है, चाह सब शरीर देख रहा है। अगली पौड़ी है कि जिस सृष्टि तो पैदा की है, आसन लगा के बैठा हुआ है, सारा देख रहा है, चला रहा है। उस सृष्टि अंदर तू जी पैदा किते, नानक जी ओ पाए के लिख नावे धर्म बहा लिया। जी पैदा किते, फिर जीवां दे चंगे मंदे कर्मां नूं लिखण लई धर्मराज बिठा दिता। धर्मराज लिखता रहता है, जो जो जीव कर्म करते हैं, धर्मराज एक शक्ति है रब की, जो लिखी जाती है नाल दे नाल। आ कर्म किया, ए कर्म किया, लिख नावे धर्म बहा लिया।
ਨਾਮੇ ਲਿਖਣ ਲਈ, ਖਾਤੇ ਲਿਖਣ ਲਈ, ਜੀਵ ਦੇ ਚੰਗੇ ਮੰਦੇ ਕਰਮਾਂ ਲਿਖਣ ਲਈ ਧਰਮਰਾਜ ਬਿਠਾਇਆ ਹੋਇਆ ਹੈ, ਲਿਖ ਰਿਹਾ ਹੈ। ਨਾਨਕ ਜੀਵ ਪਾਇ ਕੇ ਲਿਖ ਨਾਵੇਂ ਧਰਮ ਬਹਾਲਿਆ। ਉੱਥੇ ਸੱਚੇ ਸੱਚ ਨਿਬੜੇ, ਚੁਣ ਵਾਹ ਕੱਢੇ ਜਜ ਮਾਲਿਆ। ਹਿਸਾਬ ਹੋਵੇਗਾ, ਸੱਚ ਸੱਚ ਨਿਬੜਾ ਹੋਵੇਗਾ, ਚੁਣ ਵਾਹ ਕੱਢੇ ਜਜ ਮਾਲਿਆ। ਜਿਹੜੇ ਜਜਮਾਲੇ ਨੇ, ਜੁਰਮ ਕਰਨ ਵਾਲੇ ਹਨ, ਪਾਪ ਕਰਨ ਵਾਲੇ ਹਨ, ਉਹਨੂੰ ਚੁਣ ਕੇ ਵਾਹ ਕੱਢਿਆ ਜਾਵੇਗਾ। ਵਾਹ ਕੱਢੀ ਜਮਾਲਿਆ, ਥਾਂ ਨ ਹੋਵੇ ਪਾਉਂਦੇ, ਥਾਨ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਜਿਹੜੇ ਕੂੜਿਆਰ ਹਨ, ਕੂੜ ਦੇ ਘਰ ਹਨ, ਕੂੜ ਦੇ ਭਰੇ ਹਨ, ਉਹਨਾਂ ਨੂੰ ਥਾਂ ਨਹੀਂ ਮਿਲੇਗੀ। ਥਾਂ ਨ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਉਹ ਮੂੰਹ ਕਾਲਾ ਕੀਤਾ ਜਾਵੇਗਾ, ਦੋਜ਼ਖ ਲਜਾਇਆ ਜਾਵੇਗਾ। ਤੇ ਨਾ ਰਤੇ ਸਿੱਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਜਿਹੜੇ ਜੀਵ ਨਾਮ ਵਿੱਚ ਰੰਗੇ ਗਏ, ਉਹ ਮਨੁੱਖਾ ਜਨਮ ਦੀ ਬਾਦੀ ਜਿੱਤ ਗਏ। ਜਿਹੜੇ ਲੋਕ ਠੱਗਦੇ ਰਹੇ, ਆਪਣਾ ਮਨੁੱਖਾ ਜਨਮ ਹਾਰ ਗਏ, ਆਪਣਾ ਮਨੁੱਖਾ ਜਨਮ ਹਾਰ ਗਏ। ਜਿਹੜੇ ਨਾਮ ਨਾਲ ਜੁੜ ਗਏ, ਮਨੁੱਖਾ ਜੀਵਨ ਦੀ ਬਾਦੀ ਜਿੱਤ ਗਏ। ਅਤੇ ਜੇ ਲੋਕ ਠੱਗਦੇ ਰਹੇ, ਆਪਣਾ ਮਨੁੱਖਾ ਜਨਮ ਹਾਰ ਗਏ। ਹਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇਂ ਧਰਮ ਬਹਾਲਿਆ। ਜਿਹੜੇ ਮਨੁੱਖਾ ਜਨਮ ਹਾਰ ਗਏ, ਕਿਉਂ ਹਾਰ ਗਏ? ਉਹਦਾ ਕਾਰਨ ਦੱਸੇ ਪੌੜੀ ਨੰਬਰ 3 ਵਿੱਚ। ਇਹਦੇ ਵਿਚਾਰ ਰਾਤੀ ਕਰਾਂਗੇ ਭਈ ਕਿਉਂ ਹਾਰ ਗਏ, ਕੋਈ ਕਾਰਨ ਕੀ ਹਾਰਨ ਦਾ, ਉਹ ਵਿਚਾਰ ਰਾਤੀ ਕੱਲ੍ਹ ਕਰਾਂਗੇ। ਅਗਲੀਆਂ ਪੌੜੀ ਚੱਲਣਗੀਆਂ। ਨਾਲ ਨਾਲ ਸਲੋਕਾਂ ਵਿੱਚ ਇਹਨਾਂ ਪੌੜੀਆਂ ਦੇ ਭਾਵ ਹਨ। ਪਹਿਲੀ ਪੌੜੀ ਹੈ, ਆਪੇ ਨੇ ਆਪ ਸਾਜੋ। ਇਹ ਉਪਦੇਸ਼ ਗੁਰੂ ਕੋਲ ਮਿਲਦਾ ਹੈ ਕਿ ਵਾਹਿਗੁਰੂ ਹੀ ਸਭ ਕੁਛ ਕਰਨ ਵਾਲਾ ਹੈ। ਸੱਚੇ ਤੇਰੇ ਖੰਡ, ਸੱਚੇ ਬ੍ਰਹਮਣ, ਸੱਚੇ ਤੇਰੇ ਲੋ, ਸੱਚੇ ਆਕਾਸ਼, ਸੱਚੇ ਤੇਰੇ ਕਰਨੇ ਸਰਬ ਵਿਚਾਰ। ਇਹ ਸਲੋਕਾਂ ਵਿੱਚ ਹੈ, ਇਹਦੇ ਭਾਵ ਖੋਲ੍ਹੇ ਗਏ ਨੇ। ਅਤੇ ਗਿਆਨ ਮਿਲਦਾ ਹੈ ਗੁਰੂ ਕੋਲੋਂ। ਇਸ ਲਈ ਕਿਹਾ ਹੈ, ਬਲਿਹਾਰੀ ਗੁਰ ਆਪਣੇ ਦੁਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਰਤਨ ਲਾਗੀ ਵਾਰ। ਜੇ ਸਭ ਚੰਦਾ ਉਗਵੇ, ਸੂਰਜ ਚੜ੍ਹੇ ਹਜ਼ਾਰ। ਇਹ ਤੇ ਚਾਨਣ ਹੋਂਦਿਆਂ, ਗੁਰਬਿਨ ਘੋਰ ਅੰਧਾਰ। ਨਾਨਕ ਗੁਰੂ ਚੇਤਨੀ, ਮਨ ਆਪਣੇ ਸੁਚੇਤ। ਛੁੱਟੇ ਤਿਲ ਬਵਾੜ ਜਿਉ, ਸੁੰਝੀ ਅੰਦਰ ਖੇਤ। ਖੇਤੇ ਅੰਦਰ ਛੁੱਟਿਆਂ, ਕਉ ਨਾਨਕ ਸੋ ਨਾ। ਫਲੀਏ ਫੁਲੀਏ ਬੱਪੜੇ ਭੀਤਰ ਵਿਛਵਾ। ਤੋ ਇਹ ਗੁਰੂ ਕੋਲ ਗਿਆਨ ਮਿਲਦਾ ਹੈ ਸਾਰਾ। ਇਸ ਲਈ ਗੁਰੂ ਦੀ ਲੋੜ ਹੈ। ਇਸ ਨਾਲ ਨਾਲ ਪੌੜੀ ਦੇ ਨਾਲ ਸਲੋਕਾਂ ਵਿੱਚ ਵਿਆਖਿਆ ਹੈ ਪੌੜੀ ਦੀ। ਜਿਵੇਂ ਜਿਵੇਂ ਗੁਰੂ ਕਰਾਏਗਾ, ਕਰਾਂਗੇ। ਰਾਤੀ ਪੌੜੀ ਨੰਬਰ 3 ਦੀ ਵਿਚਾਰ ਕਰਾਂਗੇ। ਹੁਣ ਸਮਾਂ ਹੋ ਗਿਆ, ਸਮਾਪਤੀ ਹੈ। ਭੁੱਲਾਂ ਚੁੱਕਾਂ ਮਾਫ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।